ਗੁਰੂ। ਔੜੀ ਵਡਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨ ਜਾਏ, ਸੋ ਕਰਤਾ ਕਾਦਰ ਕਰੀਮ ਬੇਜੀਆਂ ਰਿਜ਼ਕ ਸੰਭਾਹੇ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿਨੇ ਬਹਾਏ, ਨਾਨਕ ਇੱਕ ਹੀ ਬਾਹਰੀ ਹਰ ਦੂਜੀ ਨਾਹੀ ਜਾਏ। ਸੋ ਕਰ ਜਿਤ ਸਿਰ ਜਾਏ, ਸੋ ਕਰੇ ਜਿਤ ਸੇ ਰਜਾਏ ਸੁਧ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ। ਲਵੈ ਨਾ ਲਾਗਨ ਕਉ ਹੈ ਕਛੂਐ, ਜਾ ਕੋ ਫਿਰ ਇਹੋ ਧਾਵੈ। ਜਾ ਕੋ ਗੁਰ ਦੀਨੋ ਇਹ ਅੰਮ੍ਰਿਤ, ਤਿਸ ਹੀ ਕਉ ਬਨ ਆਵੈ। ਜਾ ਕੋ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੁਧਿਆ। ਤਾ ਕੈ ਚਿਤ ਨਾ ਬਸਾ ਰਹਾਉ। ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ। ਵਰਨ ਨਾ ਸਾਕੋ ਉਸ ਤਤ ਕੀ, ਕੀਮਤ ਕਹਿਣ ਨ ਜਾਹੀ। ਕਾਲ ਨਾ ਮਿਲਿਓ ਸੇਵ ਨ ਮਿਲਿਓ, ਮਿਲਿਓ ਆਏ ਅਚਿੰਤਾ। ਜਾ ਕਉ ਦਇਆ ਕਰੀ ਮੇਰਾ ਠਾਕੁਰ, ਤਿਨ ਗੁਰ ਹੈ ਕੁਮਨੁ ਮੰਤਾ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਿਪਾਲਾ। ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤਾ ਬਾਲ ਗੋਪਾਲਾ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਿਪਾਲਾ। ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤਾ ਬਾਲ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ।
ਲਵੈ ਨਾ ਲਾਗਨ ਕਉ ਹੈ ਕਛੂ ਹੈ, ਜਾ ਕੋ ਫਿਰ ਏ ਧਾਵੈ। ਜਿਹੜਾ ਨਾਮ ਹੈ ਨਾ, ਇਹਦੇ ਨੇੜੇ ਤੇੜੇ ਕੁਝ ਵੀ ਨਹੀਂ ਹੈ, ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਜਿਹਨੇ ਇੱਕ ਵਾਰੀ ਨਾਮ ਮਿਲ ਜਾਂਦਾ ਹੈ, ਉਹ ਫਿਰ ਸੰਸਾਰਕ ਪਦਾਰਥਾਂ ਪਿੱਛੇ ਜਾ ਕੋ ਫਿਰ ਇਹ ਧਾਵ, ਉਹਦੀ ਦੌੜ ਨਹੀਂ ਰਹਿੰਦੀ। ਸੰਸਾਰਕ ਪਦਾਰਥਾਂ ਤੋਂ ਦੌੜ ਉਹਦੀ ਸਾਰੀ ਖਤਮ ਹੋ ਜਾਂਦੀ ਹੈ। ਕਹਿੰਦੇ ਜਾ ਕੋ ਗੁਰੂ ਦੀਨੋ ਏ ਅੰਮ੍ਰਿਤ, ਤਿਸ ਹੀ ਕਾ ਬਨ ਆਵੈ। ਹੁਣ ਇਹ ਨਾਮ ਅੰਮ੍ਰਿਤ ਸਾਰਿਆਂ ਨੂੰ ਨਹੀਂ ਪ੍ਰਾਪਤ ਹੋ ਸਕਦਾ। ਮਹਾਰਾਜ ਕਹਿੰਦੇ ਜਿਹਨੂੰ ਗੁਰੂ ਦਿੰਦਾ ਇਹ ਨਾਮ ਅੰਮ੍ਰਿਤ, ਉਹਨੂੰ ਹੀ ਬਨ ਆਵੇ। ਬਨ ਆਵੇ ਉਹਨੂੰ ਹੀ ਮਿਲਦਾ। ਸੋ ਆਪਣੇ ਜੋਰ ਦੇ ਨਾਲ ਨਹੀਂ, ਜੁਗਤੀ ਦੇ ਨਾਲ ਨਹੀਂ, ਅਸੀਂ ਜੋ ਆਪਣੀ ਚਤਰਾਈ ਦੇ ਨਾਲ ਨਹੀਂ, ਸਹਿ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ। ਇਹ ਤਾਂ ਨਾਮ ਤਾਂ ਇੱਕ ਦਾਤ ਹੈ, ਉਹਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਸੋ ਉਂਝ ਇਹ ਨਾਮ ਨਹੀਂ ਪ੍ਰਾਪਤ ਹੋ ਸਕਦਾ। ਹਰ ਕਾ ਨਾਮ ਮੋਰਾ ਬ੍ਰਹਮ ਗਿਆਨ। ਸੋ ਨਾਮ ਉਹਦੀ ਸੋਝੀ ਹੈ, ਉਹਦੀ ਨੌਲੇਜ ਹੈ, ਉਹਦਾ ਗਿਆਨ ਬ੍ਰਹਮ ਦਾ ਗਿਆਨ ਹੈ। ਨਾਮ ਹੁੰਦਾ ਜਿਹਨੂੰ ਨਾਮ ਮਿਲ ਜਾਂਦਾ ਹੈ, ਉਹ ਸਭਨਾਂ ਵਿੱਚ ਫਿਰ ਜੋਤ ਪਹਿਚਾਣਦਾ। ਮਤਲਬ ਵੀ ਉਹਨੂੰ ਆਪਣੇ ਬ੍ਰਹਮ ਦਾ ਗਿਆਨ ਹੋ ਗਿਆ, ਬ੍ਰਹਮ ਦੀ ਸੋਝੀ ਹੋ ਗਈ। ਜਿਸ ਨੂੰ ਆਪਣੇ ਬ੍ਰਹਮ ਦੀ ਸੋਝੀ ਹੁੰਦੀ ਆ, ਉਹ ਦੂਸਰੇ ਨੂੰ ਬ੍ਰਹਮ ਰੂਪ ਦੇਖਦਾ। ਖਾਕ ਨੂਰ ਕਰਦਮ ਆਲਮ ਦੁਨੀਆਏ। ਗੁਰੂ ਅਰਜਨ ਦੇਵ ਜੀ ਕਹਿੰਦੇ ਕੁੱਲ ਜਹਾਨ ਜਿਹੜਾ ਨਾ ਸਾਰਾ, ਇਹ ਬ੍ਰਹਮ ਅਤੇ ਮਿੱਟੀ ਦਾ ਹੀ ਸੁਮੇਲ ਹੈ। ਮਿੱਟੀ ਸਾਰਿਆਂ ਨੂੰ ਦੀਦੀ ਹੈ, ਬ੍ਰਹਮ ਕਿਸੇ ਨੂੰ ਨਹੀਂ ਦੀਦਾ। ਸਰੀਰ ਸਭਨਾਂ ਨੂੰ ਦੀਦੇ ਨੇ, ਬ੍ਰਹਮ ਨਹੀਂ ਦਿਸਦਾ। ਪਰ ਜਿਹਦੇ 'ਤੇ ਕਿਰਪਾ ਹੋ ਜਾਂਦੀ ਹੈ, ਉਹ ਫਿਰ ਬ੍ਰਹਮ ਨੂੰ ਵੇਖਦਾ। ਜਿਸ ਨੇ ਆਪਣੇ ਅੰਦਰਲੇ ਬ੍ਰਹਮ ਨੂੰ ਤੱਕ ਲਿਆ, ਵੇਖ ਲਿਆ, ਬ੍ਰਹਮ ਨੇ ਬ੍ਰਹਮ ਨੂੰ ਵੇਖਣਾ, ਸੋਝੀ ਆ ਜਾਂਦੀ ਨਾ। ਮਤਲਬ ਮਨ ਨੂੰ ਮੂਲ ਦੀ ਸੋਝੀ ਆ ਜਾਣੀ। ਮਤਲਬ ਬ੍ਰਹਮ ਨੇ ਬ੍ਰਹਮ ਨੂੰ ਤੱਕ ਲਿਆ। ਮਨ ਜੋਤ ਰੂਪ ਹੈ ਨਾ। ਜਿੰਨਾ ਚਿਰ ਮਨ 'ਤੇ ਭਰਮ ਦਾ ਹਨੇਰਾ, ਇਹਨੂੰ ਬ੍ਰਹਮ ਦੀ ਆਪਣੀ ਸੋਝੀ ਨਹੀਂ ਆਉਂਦੀ ਹੈ। ਜਦੋਂ ਭਰਮ ਦਾ ਹਨੇਰਾ ਦੂਰ ਹੋ ਗਿਆ, ਫਿਰ ਇਹਨੂੰ ਬ੍ਰਹਮ ਦੀ ਸੋਝੀ ਆਉਂਦੀ ਹੈ। ਸੋ ਜਿਹਦੇ ਕੋਲੇ ਦਾਤ ਆ ਗਈ ਹੈ ਨਾ, ਅਤੇ ਫਿਰ ਕਹਿੰਦੇ ਉਹ ਹੋਰ ਦੁਨਿਆਵੀ ਦਾਤਾਂ ਨੂੰ ਇਹਦੇ ਬਰਾਬਰ ਸਮਝਦਾ ਕੋਈ ਨਹੀਂ। ਸੋ ਇਹ ਗੁਰੂ ਦਿੰਦਾ ਹੈ। ਬੰਦੇ ਦੀ ਆਪਣੀ ਜੁਗਤ ਦੇ ਨਾਲ, ਆਪਣੀ ਮਿਹਨਤ ਦੇ ਨਾਲ ਇਹ ਦਾਤ ਕਿੱਥੇ ਮਿਲਦੀ ਆ। ਕਹਿੰਦੇ ਜਾਂ ਕੋ ਆਇਓ ਏਕ ਰਸਾ। ਹੁਣ ਗੁਰਬਾਣੀ ਦਾ ਜਿਹਨੂੰ ਰਸ ਆ ਗਿਆ, ਜਿਸ ਨੂੰ ਇੱਕ ਪ੍ਰਮਾਤਮਾ ਦੇ ਨਾਮ ਦਾ ਰਸ ਆ ਗਿਆ, ਜਿਸ ਨੂੰ ਇਸ ਚੀਜ਼ ਦਾ ਸਵਾਦ ਆ ਗਿਆ ਵੀ ਸਾਰੇ ਪਾਸੇ ਇੱਕੋ ਹੀ ਹੈ। ਇਹ ਵੀ ਇੱਕ ਰਸ ਆ ਨਾ। ਰਸ ਆ ਵੀ ਜੋ ਦਿਸੈ, ਜੋ ਵੀ ਅਸੀਂ ਦੇਖਦੇ ਪਏ, ਸਭਨਾਂ ਵਿੱਚ ਉਹਦੀ ਜੋਤ ਹੈ। ਸੋ ਇਹ ਇੱਕ ਰਸ ਹੈ, ਸਵਾਦ ਹੈ। ਵਾਣ ਤ੍ਰਿਣ ਤ੍ਰਿਭਵਨ, ਸਭਨਾਂ ਦੇ ਵਿੱਚ ਉਹਦੀ ਜੋਤ ਨੂੰ ਵੇਖਣਾ ਇੱਕ ਸਵਾਦ ਹੈ, ਰਸ ਹੈ ਵੀ ਇੱਕ। ਸੋ ਜਿਸ ਨੂੰ ਸੋਝੀ ਆਉਣੀ, ਉਸੇ ਨੂੰ ਇਹ ਰਸ ਪ੍ਰਾਪਤ ਹੋਣਾ। ਜਾ ਕੋ ਆਇਓ ਏਕ ਰਸਾ। ਖਾਨ ਪਾਨ ਆਨ ਨਹੀਂ ਖੁਦਿਆ, ਤਾਕੈ ਚਿਤ ਨਾ ਬਸਾ। ਹੁਣ ਕੀ ਹੈ? ਹੁਣ ਰਸ ਸੋਇਨਾ ਰਸ ਰੂਪਾ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ। ਸੋ ਇਹ ਤੇਰਾ ਸਰੀਰ ਕਹਿ ਕਹਿ ਕੱਟਣਾ ਨਾਮ ਨੇ। ਬਸ ਇਹ ਰਸਾਂ ਦੀ ਗਿਣਤੀ ਕੀਤੀ ਹੈ ਨਾ। ਹੁਣ ਤਾਂ ਸਾਰੇ ਦੁਨਿਆਵੀ ਰਸਾਂ ਦੇ ਨਾਲ ਸਾਰਾ ਅੰਦਰਲਾ ਸਿਸਟਮ ਭਰਿਆ ਹੋਇਆ ਹੈ, ਅਤੇ ਨਾਮ ਕਿੱਥੇ ਬਸੇ? ਜਦੋਂ ਬ੍ਰਹਮ ਦੀ ਸੋਝੀ ਪਈ, ਨਾਮ ਦੀ ਸੋਝੀ ਪਈ, ਫਿਰ ਇਹ ਕੀ ਆ? ਖਾਣ ਪਾਣ ਆਨ ਨਹੀਂ ਖੁਦਿਆ। ਖਾਣਾ ਵੀ, ਪੀਣਾ ਵੀ, ਜਾਂ ਹੋਰ ਕਿਸੇ ਵੀ ਪਦਾਰਥ ਦੀ ਭੁੱਖ, ਖੁਦਿਆ ਹੁੰਦਾ ਭੁੱਖ। ਤਾਕੈ ਚਿੱਤ ਨਾ ਬਸਾ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਇਸ ਅਵਸਥਾ 'ਤੇ ਪਹੁੰਚੇ ਹੁੰਦੇ, ਉਹਨਾਂ ਨੂੰ ਸੋ ਖਾਣ ਪੀਣਾ ਵੀ ਭੁੱਲਿਆ ਹੋਇਆ ਹੁੰਦਾ। ਉਹ ਕੀ ਪਹਿਨਣਾ ਜੀ, ਕਿਵੇਂ ਰਹਿਣਾ, ਉਹ ਸੰਸਾਰ ਦੀ ਨਿਗਾਹ ਦੇ ਵਿੱਚ ਕਮਲੇ ਜਿਹੇ ਹੁੰਦੇ ਨੇ। ਇਹ ਜ਼ਰੂਰੀ ਵੀ ਨਹੀਂ ਹੈ, ਪਰ ਬਹੁਤੇ ਐਸੇ ਆਏ ਨੇ। ਕਿਉਂਕਿ ਆਪਣਾ ਮੋਢੀ ਗੁਰੂ ਨਾਨਕ ਹੈ, ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਹਿੰਦੀ, ਮੈਨੂੰ ਲੋਕ ਭੂਤਨਾ ਵੀ ਕਹਿੰਦੇ ਸੀ, ਦੀਵਾਨਾ ਵੀ ਕਹਿੰਦੇ ਸੀ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ।
ਭਇਆ ਦੀਵਾਨਾ ਸ਼ਾਹ ਕਾ ਨਾਨਕ ਵਿਚਾਰਾ। ਕਹਿੰਦੇ ਦੀਵਾਨਾ ਤਾਂ ਸੀ ਪਰ ਉਹ ਮਾਲਕ ਦਾ ਦੀਵਾਨਾ ਸੀ। ਹੁਣ ਬੰਦਾ ਆਪਣੇ ਸਰੀਰ ਨੂੰ ਸਵਾਰੂਗਾ ਤਦੇ ਹੀ ਚੰਗਾ ਦਿਸੂਗਾ। ਸਰੀਰ ਨੂੰ ਸਵਾਰਨ ਵਾਲੇ ਪਾਸੇ ਧਿਆਨ ਹੀ ਨਹੀਂ ਜਾਂਦਾ। ਧਿਆਨ ਕਿੱਥੇ ਲੱਗਾ ਹੋਇਆ? ਧਿਆਨ ਇੱਕ ਨਾਮ ਰਸ ਵਿੱਚ ਟਿਕਿਆ ਹੋਇਆ ਹੈ। ਸੋ ਅਕਸਰ ਇਹ ਜਦੋਂ ਇਹ ਅਵਸਥਾ ਬਣਦੀ ਹੈ ਨਾ ਤੇ ਉਹਦਾ ਇਹੋ ਜਿਹਾ ਸਿਸਟਮ ਹੋ ਜਾਂਦਾ, ਨਹੀਂ ਧਿਆਨ ਦਿੰਦਾ ਨਾ ਕੰਮ ਕਾਰ ਵਾਲਾ। ਕਬੀਰ ਦੇ ਜੋ ਪਰਿਵਾਰ ਸੀ ਉਹਨਾਂ ਦੀ ਲੜਾਈ ਵੀ ਉਹੀ ਸੀ, ਪਿਤਰਨਾ ਬੁਰਨਾ ਛੱਡੇ ਹੋਇਆ। ਕਬੀਰ ਕਹਿੰਦੇ ਕੰਮ ਕਾਰ ਹੀ ਸਾਰਾ ਛੱਡ ਕੇ ਬਹਿ ਜਾਂਦਾ ਹੈ। ਹਰ ਕਾ ਨਾਮ ਲਿਖ ਲਿਓ ਸਰੀਰ। ਜਦੋਂ ਦੇਖ ਲਓ ਉਹਦੇ ਮਦ ਕੀ ਕਰਦਾ ਨੇ। ਤਾਂ ਲੋਕ ਵੀ ਤਾਂ ਪਾਠ ਪੂਜਾ ਕਰਦੇ ਹੀ ਹੈ, ਸਵੇਰੇ ਸ਼ਾਮ ਕਰਕੇ ਪੂਰਾ ਦਿਨ ਆਪਣਾ ਧੰਦਾ ਕਰਦੇ ਨੇ। ਆ ਵੱਖਰਾ ਹੀ ਕਿਸਮ ਦਾ ਇਹਦਾ ਪਾਠ ਪੂਜਾ ਸ਼ੁਰੂ ਹੋ ਗਿਆ ਹੈ। ਹੁਣ ਮਤਲਬ ਤਾਂ ਕਬੀਰ ਸਾਹਿਬ ਹੀ ਜਾਣਦੇ ਸੀ ਵੀ ਜਿਹੜਾ ਇਹ ਨਾਮ ਹੈ ਮੇਰੇ ਸਾਹ ਆ, ਮੇਰੀ ਜ਼ਿੰਦਗੀ ਹੈ, ਮੇਰੀ ਭੁੱਖ ਹੈ, ਮੇਰੀ ਖੁਰਾਕ ਹੈ, ਇਹ ਤੋਂ ਬਿਨਾਂ ਮੇਰਾ ਜੀਵਨ ਨਹੀਂ ਹੈ। ਅਤੇ ਜਿਹਨੂੰ ਨਹੀਂ ਇਸ ਗੱਲ ਦਾ ਗਿਆਨ ਤਾਂ ਉਹਨੂੰ ਤਾਂ ਫਿਰ ਦੂਜਾ ਪੱਖ ਹੀ ਸੋਚਣਾ ਇਹ ਉਲਟੀ ਗੰਗਾ ਆ, ਇਹ ਉਲਟੀ ਗੰਗਾ ਆ। ਬੰਦਗੀ ਉਲਟੀ ਗੰਗਾ ਆ। ਜਿੱਦਾਂ ਪਾਣੀ ਜਿਹੜਾ ਆ ਨਿਮਾਣ ਨੂੰ ਜਾਂਦਾ, ਸਮੁੰਦਰ ਨੂੰ ਜਾਂਦੇ, ਪਹਾੜਾਂ ਨੂੰ ਜਾਂਦਾ। ਇਹ ਸਿਸਟਮ ਇੱਦਾਂ ਦਾ ਵੀ ਸੁਰਤੀ ਤਾਂ ਨੂੰ ਚੜ੍ਹਦੀ ਹੈ। ਘਟ ਅਵਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਸਾਰੇ ਨਹੀਂ ਤਾਂ ਨੂੰ ਚੜ੍ਹ ਸਕਦੇ ਕਿਉਂਕਿ ਬਲ ਹੈ ਨਹੀਂ, ਬਲ ਹੈ ਨਹੀਂ ਗਾ। ਸੋ ਜਿਹਨਾਂ ਦੇ ਵਿੱਚ ਆਤਮਿਕ ਬਲ ਆਉਂਦਾ ਉਹ ਫਿਰ ਤਾਂ ਨੂੰ ਬਿਰਤੀ ਉਹਨਾਂ ਦੀ ਚੜ੍ਹਦੀ ਹੈ। ਫਿਰ ਦੁਨਿਆਵੀ ਪਦਾਰਥ ਦੇ ਵਾਸਤੇ ਕੁਝ ਵੀ ਨਹੀਂ ਰਹਿ ਜਾਂਦੇ। ਕਹਿੰਦੇ ਜਿਹਨੂੰ ਗੁਰੂ ਨੇ ਸੋ ਇਨਾਮ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਉਹ ਕਿਸੇ ਵੀ ਪਦਾਰਥ ਦੀ ਭੁੱਖ ਨਹੀਂ ਰਹਿ ਜਾਂਦੀ। ਕਹਿੰਦੇ ਰਹਾ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ। ਜਿਹੜਾ ਬ੍ਰਹਮ ਰਸ ਹੈ ਇੱਕ ਬੂੰਦ ਵੀ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ ਉਹਦਾ ਮਨ ਵੀ ਅਤੇ ਤਨ ਵੀ ਮੌਲ ਦਾ ਹਰਿਆ ਰਹਿੰਦਾ, ਖੁਸ਼ ਰਹਿੰਦਾ, ਵਿਕਾਸ ਵਿੱਚ ਰਹਿੰਦਾ, ਖਿੜਿਆ ਰਹਿੰਦਾ। ਕਹਿੰਦੇ ਇੱਕ ਬੂੰਦ ਕਿਣਕਾ ਮਾਤਰ ਬ੍ਰਹਮ ਦਾ ਗਿਆਨ ਜਿਸ ਨੂੰ ਪ੍ਰਾਪਤ ਹੋ ਗਿਆ। ਬਰਨ ਨਾ ਸਾਕੋ ਉਸਤਤ ਤਾਂ ਕੀ ਕੀਮਤ ਕਹਿਣ ਨਾ ਜਾਏ। ਜਿਸ ਨੂੰ ਇਹ ਬ੍ਰਹਮ ਦੀ ਦਾਤ ਮਿਲਦੀ ਹੈ, ਬ੍ਰਹਮ ਦਾ ਗਿਆਨ ਮਿਲਦਾ, ਭਾਵੇਂ ਇੱਕ ਬੂੰਦ ਹੀ ਮਿਲ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਵੀ ਉਸ ਦੀ ਮਹਿਮਾ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ ਹੈ। ਉਹਦੀ ਉਸਤਤ, ਉਹਦੀ ਨਾ ਤਾਂ ਉਸਤਤ ਕੀਤੀ ਜਾ ਸਕਦੀ, ਨਾ ਉਹਦੀ ਕੀਮਤ ਕਹੀ ਜਾ ਸਕਦੀ ਹੈ। ਹੁਣ ਜਿਹਨੂੰ ਇੱਕ ਬੂੰਦ ਮਿਲ ਗਈ ਹੈ ਉਹ ਜਦੋਂ ਨਾਮ ਜਪਦਾ ਉਸਤਤੀ ਕਰਦਾ ਵੀ ਬਹੁਤ ਹੈ, ਫਿਰ ਵੀ ਕਹਿੰਦਾ ਰੱਬ ਦੀ ਉਸਤਤੀ ਨਹੀਂ ਕੀਤੀ ਜਾ ਸਕਦੀ। ਉਹ 'ਚ ਗੁਣ ਹੀ ਬੜੇ ਨੇ। ਸੋਝੀ ਪੈ ਗਈ ਹੈ ਨਾ, ਹੁਣ ਸੋਝੀ ਪੈ ਗਈ ਤਦੇ ਕਹਿੰਦਾ ਗੁਣ ਬੜੇ ਨੇ, ਉਸਤਤ ਨਹੀਂ ਕੀਤੀ ਜਾ ਸਕਦੀ। ਅਤੇ ਨਾ ਹੀ ਉਸ ਦੀ ਕੀਮਤ ਦਾ ਕਿਸੇ ਨੂੰ ਪਤਾ ਲੱਗ ਸਕਦਾ ਉਹਦੀ ਕੀਮਤ ਕੀ ਹੈ, ਕਹੀ ਵੀ ਨਹੀਂ ਜਾ ਸਕਦੀ ਕੀਮਤ। ਕਾਲ ਨਾ ਮਿਲਿਆ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਿਸ ਨੂੰ ਵੀ ਰੱਬ ਮਿਲਿਆ ਵੀ ਉਹਦੀ ਘਾਲਣਾ ਦੇ ਨਾਲ ਮਿਲਿਆ, ਸੇਵਾ ਦੇ ਨਾਲ ਮਿਲਿਆ, ਨਹੀਂ ਕਹਿੰਦੇ ਅਚਨਚੇਤ ਅਚਾਨਕ ਮਿਲਿਆ। ਸੋ ਇੰਝ ਘਾਲਣਾ ਕਰਦਿਆਂ, ਸੇਵਾ ਕਰਦਿਆਂ ਜਦੋਂ ਮਨ ਦੀ ਹਉਮੈ ਮਰ ਜਾਂਦੀ ਹੈ, ਜਦੋਂ ਕਰਦਾ ਇਸ ਲੈਵਲ 'ਤੇ ਆ ਜਾਂਦਾ, ਨਾ ਹਮ ਕਰ ਨਾ ਕਰੇਂਗੇ ਨਾ ਕਰ ਸਕੇ ਸਰੀਰ, ਨਾ ਹਮ ਕੀਆ, ਫਿਰ ਮੇਰੇ ਕੋਲ ਕੁਝ ਨਹੀਂ ਹੁੰਦਾ। ਅਤੇ ਫਿਰ ਕਿਤੇ ਜਾ ਕੇ ਸੋ ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਸੋ ਭਾਵ ਨਿਮਰਤਾ ਦੇ ਵਿੱਚ ਆ ਜਾਣਾ, ਨਿਮਾਣਾ ਬਣਨਾ ਬੜਾ ਔਖਾ ਜੇ। ਹਾਲਾਂਕਿ ਬੰਦੇ 'ਚ ਤਾਣ ਕੁਝ ਨਹੀਂ ਹੈ, ਹੈਗੇ ਸਾਰੇ ਹੀ ਨਿਮਾਣੇ ਨੇ, ਪਰ ਕਹਿੰਦਾ ਕੌਣ ਹੈ? ਨਿਮਾਣਾ ਬਣਦਾ ਕੋਈ ਅਤੇ ਕਰ ਕੁਝ ਨਹੀਂ ਸਕਦਾ। ਹੁਣ ਮਹਾਰਾਜ ਕਹਿੰਦੇ ਸਭਨੀ ਛਾਲਾਂ ਮਾਰੀਆਂ ਕਰਤਾ ਕ੍ਰਿਸ ਹੋਏ, ਉਹ ਕਰਕੇ ਤਾਂ ਦਿਖਾਲੇ। ਕਹਿੰਦੇ ਕਿਸੇ ਦੇ ਕੀਤੇ ਹੋਇਆ ਕੁਝ ਵੀ ਨਹੀਂ ਹੁੰਦਾ, ਫਿਰ ਵੀ ਨਿਮਾਣਾ ਨਹੀਂ ਬਣਦਾ।
ਫਿਰ ਵੀ ਕਹਿੰਦਾ ਮੈਂ ਹਾਂ ਬਹੁਤ ਕਰ ਸਕਦਾ, ਆਪਣੀ ਹੋਂਦ ਬਰਕਰਾਰ ਰੱਖਦਾ ਹੈ। ਸੋ ਜਿਹੜਾ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਉਹ ਦੁਖੀ ਵੀ ਉਹੀ ਹੁੰਦਾ ਹੈ। ਜਿਹੜਾ ਆਪਣੀ ਹੋਂਦ ਨੂੰ ਮਿਟਾ ਲੈਂਦਾ, ਹੋਂਦ ਨੂੰ ਮਿਟਾਉਣਾ ਮਤਲਬ ਉਹਦੇ ਹੁਕਮ 'ਚ ਆ ਜਾਣਾ, ਉਹਦੇ ਅੰਦਰੋਂ ਸਾਰੀ ਚਿੰਤਾ ਸਾਰੇ ਫਿਕਰ ਜਿਹੜੇ ਉਹ ਨਿਕਲ ਜਾਂਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਉਹਨੂੰ ਜੇ ਪਾਉਣਾ ਹੈ ਨਾ, ਸੇਵਾ ਵੀ ਡਟ ਕੇ ਕਰਨੀ ਹੈ, ਬਾਣੀ ਵੀ ਡਟ ਕੇ ਪੜ੍ਹਨੀ ਹੈ, ਅਤੇ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਕਹਿਣਾ ਵੀ ਮੇਰੇ ਕੋਲ ਨਹੀਂ ਹੋ ਰਿਹਾ। ਵੀ ਉਹ ਲੈਵਲ, ਜਿਸ ਲੈਵਲ 'ਤੇ ਪ੍ਰਮਾਤਮਾ ਪਰਮੇਸ਼ਰ ਖੁਸ਼ ਹੋ ਜਾਵੇ, ਮੇਰੀ ਬੰਦਗੀ ਤੋਂ ਪ੍ਰਸੰਨ ਹੋ ਜਾਵੇ, ਮੈਨੂੰ ਬੋਲ ਹੀ ਨਹੀਂ ਬੋਲਣਾ, ਉਹਦੇ ਮੂੰਹ ਕੇ ਬੋਲਣ ਬੋਲੀਏ ਜੇ ਸੁਣ ਤੇਰੇ ਪਿਆਰ, ਤਦੇ ਮਿਲੇਗਾ। ਜੇ ਉਹ ਮੇਰੀਆਂ ਗੱਲਾਂ 'ਤੇ ਖੁਸ਼ ਹੋ ਜਾਵੇਗਾ, ਮੈਨੂੰ ਬੋਲ ਹੀ ਨਹੀਂ ਬੋਲਣੇ ਆਉਂਦੀ, ਫਿਰ ਇੰਝ ਉਹ ਅਚਨਚੇਤ ਅਚਾਨਕ ਮਿਲਦਾ ਕਿੱਦਾਂ? ਕਹਿੰਦੇ ਪਹਿਲਾਂ ਇਹਨੂੰ ਸੋਝੀ ਦਿੰਦਾ ਵੀ ਉਸਤਤੀ ਕਿੱਦਾਂ ਕਰੀਦੀ ਹੈ, ਇਹਨੂੰ ਸੋਝੀ ਦਿੰਦਾ ਵੀ ਨਾਮ ਕਿੱਦਾਂ ਜਪੀਦਾ, ਕਿੱਦਾਂ ਬੰਦਗੀ ਕਰੀਦੀ ਹੈ। ਫਿਰ ਕਿਉਂਕਿ ਫਿਰ ਇਹ ਗੱਲ ਬਣ ਜਾਓ ਨਾ ਵੀ ਹਾਂ ਵੀ ਬੰਦਗੀ ਕੀਤੀ ਤਾਂ ਮਿਲਿਆ, ਨਾਮ ਜਪਿਆ ਤਾਂ ਮਿਲਿਆ। ਹੁਣ ਲੋਕਾਂ ਨੇ ਤਾਂ ਇਹੀ ਕਹਿਣਾ ਵੀ ਇਹ ਦਿਨ ਰਾਤ ਬੰਦਗੀ ਕਰਦਾ ਹੀ ਵੀ, ਅਤੇ ਫਿਰ ਤਾਂ ਭਗਤ ਨੂੰ ਪਤਾ ਹੈ ਨਾ, ਉਹ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ ਸੀ ਬੰਦਗੀ ਕਰਨੀ, ਮੈਨੂੰ ਤਾਂ ਨਾਮ ਦੀ ਸੋਝੀ ਨਹੀਂ ਸੀ, ਉਹਨੇ ਜਪਾਇਆ, ਆਪ ਜਪਾਏ ਜਪੈ ਸੋ ਨਾਮ। ਸੋ ਜੇ ਟ੍ਰੇਨਡ ਕਰਕੇ ਮਿਲਦਾ, ਐ ਵੀ ਨਾ ਕੱਲ੍ਹ ਨੂੰ ਕਹੇ ਫਰਾਡੀ ਸੀਗਾ, ਇੱਦਾਂ ਨਹੀਂ ਹੈ। ਪਹਿਲੋਂ ਖਿਲਾੜੀ ਬਣਾਉਂਦਾ, ਇਸ ਨੂੰ ਜਿਤਾਉਂਦਾ ਹੈ। ਮਿਲਣਾ ਜਿੱਤਣਾ ਹੀ ਹੈ, ਇਸ ਸੰਸਾਰ ਤੋਂ ਬਾਜੀ ਜਿੱਤਣੀ ਜਿਹੜੀ ਹੈ, ਇਹਨੂੰ ਮਿਲਣਾ ਕਿਹਾ ਜਾਂਦਾ। ਸੋ ਉਹ ਖਿਲਾੜੀ ਬਣਾਉਂਦਾ, ਇਹਨੂੰ ਟ੍ਰੇਨਡ ਕਰਦਾ ਹੈ, ਅਤੇ ਫਿਰ ਸੋ ਉਹਦਾ ਇਹ ਆਨੰਦ ਲੈਂਦਾ। ਆਨੰਦ ਤਾਂ ਖੇਡ ਦਾ ਹੁੰਦਾ, ਜਿੱਤੇ ਹੋਏ ਦਾ ਕਾਹਦਾ ਆਨੰਦ ਹੈ? ਆਨੰਦ ਤਾਂ ਜਦੋਂ ਖੇਡਦਾ ਹੈ ਨਾ, ਉਦੋਂ ਕਸ਼ਿਸ਼ ਹੁੰਦੀ ਹੈ। ਜਿੱਤਿਆ ਤਾਂ ਆਰਾਮ ਨਾਲ ਬਹਿ ਜਾਂਦਾ, ਮੈਡਲ ਰੱਖ ਕੇ ਬੈਠੇ ਬਥੇਰੇ ਬੈਠੇ ਹੁੰਦੇ ਨੇ। ਜਦੋਂ ਖੇਡਦਾ ਹੈ ਨਾ, ਅਤੇ ਉਹ ਖੇਡ ਵਧੀਆ ਤਰੀਕੇ ਨਾਲ ਖੇਡਦਾ, ਅਤੇ ਉਹ ਜਿਹੜੇ ਪਲ ਹੁੰਦੇ ਨੇ, ਉਹ ਜਿਹੜਾ ਟਾਈਮ ਹੁੰਦਾ, ਉਹ 'ਚ ਬੜਾ ਆਨੰਦ ਹੁੰਦਾ। ਸੋ ਇਹਦਾ ਭਗਤ ਜਨ ਜਦੋਂ ਸੰਸਾਰ ਦੇ ਵਿੱਚ ਵਿਚਰਦੇ ਨੇ ਹੈ ਨਾ, ਤਾਂ ਉਸ ਵੇਲੇ ਬਹੁਤ ਸੋਹਣੇ ਤਰੀਕੇ ਨਾਲ ਖੇਡਦੇ ਨੇ, ਬੜੇ ਆਨੰਦ ਵਿੱਚ ਹੁੰਦੇ ਨੇ। ਉਸ ਤੋਂ ਬਾਅਦ ਤਾਂ ਫਿਰ ਸੱਚਖੰਡ ਹੈ, ਉੱਥੇ ਬੈਠੇ ਨੇ, ਇੱਕ ਰੂਪ ਹੈ। ਫਿਰ ਤਾਂ ਫਿਰ ਸੱਚਖੰਡ ਬੈਠੇ ਹੋਏ ਨੇ, ਇੱਕ ਰੂਪ ਭਗਤ ਜਨ ਸਾਰੇ। ਪਰ ਆਹ ਆਨੰਦ ਨਹੀਂ ਮਿਲਦਾ ਫਿਰ ਮੁੜ ਕੇ, ਜਿਹੜਾ ਖੇਡਣ ਦਾ ਆਨੰਦ ਹੈ। ਪਰ ਜਿਹਨੂੰ ਖੇਡਣੀ ਆ ਜਾਂਦੀ ਹੈ, ਜਿਹਨੂੰ ਖੇਡ ਹੀ ਨਹੀਂ ਖੇਡਣੀ ਆਉਂਦੀ, ਤਾਂ ਦੁਖੀ ਹੋ ਬੈਠੇ ਕਿਨਾਰੇ 'ਤੇ ਬੈਠੇ ਹੋਏ ਹੁੰਦੇ ਨੇ, ਵਾਰ ਫੌਲ ਕਰੀ ਜਾਂਦੇ, ਚੱਕ ਕੇ ਟੀਮ 'ਚੋਂ ਬਾਹਰ ਕੱਢ ਦਿੰਦੇ। ਇੱਦਾਂ ਹੀ ਆ, ਕਿਨਾਰਿਆਂ 'ਤੇ ਬੈਠੇ ਹੋਏ ਨੇ ਸਾਰੇ। ਸੋ ਬਹੁਤ ਘੱਟ ਨੇ ਜਿਹੜੇ ਕਿ ਇਸ ਖੇਡ ਨੂੰ ਚੰਗੇ ਤਰੀਕੇ ਨਾਲ ਖੇਡਦੇ ਨੇ। ਮਹਾਰਾਜ ਨੇ ਇਹਨੂੰ ਅਖਾੜਾ ਕਹਿ ਦਿੱਤਾ। ਕਹਿੰਦੇ ਅਖਾੜਾ ਹੈ, ਖੇਡ ਖਿਡਾਵੇ। ਉਹ ਜਦੋਂ ਖੇਡ ਖਿਡਾਉਂਦਾ ਹੈ ਨਾ, ਫਿਰ ਇੱਕ ਇਹਨਾਂ ਨੂੰ ਤਾਂ ਮਾਇਆ ਖਿਡਾਉਂਦੀ ਪਈ ਹੈ, ਉਹ ਤਾਂ ਬਹੁਤ ਦੂਰ ਨੇ। ਇੱਕ ਇਹਨਾਂ ਨੂੰ ਫਿਰ ਰੱਬ ਖਿਡਾਉਂਦਾ। ਸੋ ਜਿਹੜੇ ਰੱਬ ਦੀ ਖੇਡ ਖੇਡਦੇ ਨੇ, ਰੱਬ ਦੇ ਹੁਕਮ 'ਚ ਚੱਲਦੇ ਨੇ, ਉਹਨਾਂ ਦਾ ਜੀਵਨ ਬੜਾ ਆਨੰਦਮਈ ਹੁੰਦਾ। ਦੇਖਣ ਵਿੱਚ ਜ਼ਰੂਰ ਆਉਂਦਾ ਭਈ ਇਹ ਤਾਂ ਬਈ ਬੜਾ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੋਣਾ। ਭਗਤ ਦਾ ਸੰਸਾਰੀ ਬੰਦਿਆਂ ਦੇ ਨਾਲ ਕਦੀ ਮੇਲ ਨਹੀਂ ਹੋ ਸਕਦਾ। ਇਹ ਜ਼ਰੂਰੀ ਨਹੀਂ ਵੀ ਕਬੀਰ ਭਗਤ ਸੀ ਤਾਂ ਕਬੀਰ ਵਰਗਾ ਹੀ ਕੋਈ ਬਣੂ ਤਾਂ ਭਗਤ ਬਣੂਗਾ। ਕਬੀਰ, ਰਵਿਦਾਸ, ਨਾਮਦੇਵ, ਇਹਨਾਂ ਦੀ ਅੰਤਰੀਵ ਸੋਚ ਇੱਕ ਹੈ, ਬਾਹਰੋਂ ਕਰਮ ਅੱਡ ਅੱਡ ਨੇ। ਹੁਣ ਅੱਡ ਤਰ੍ਹਾਂ ਦੇ ਬੰਦੇ ਮਿਲਣਗੇ। ਕਬੀਰ ਦਾ ਅਪਮਾਨ ਹੁੰਦਾ ਹੋਰ ਤਰੀਕੇ ਨਾਲ, ਰਵਿਦਾਸ ਦਾ ਹੁੰਦਾ ਹੋਰ ਤਰੀਕੇ ਦੇ ਨਾਲ, ਕਬੀਰ ਦੀ ਰੱਖਿਆ ਹੋਰ ਤਰੀਕੇ ਨਾਲ, ਰਵਿਦਾਸ ਦੀ ਹੋਰ ਤਰੀਕੇ ਨਾਲ। ਫਿਰ ਇੱਕੋ ਹੀ ਥੋੜ੍ਹੀ ਸਵਾਲ ਹੁੰਦਾ ਹੈ, ਇੱਕੋ ਹੀ ਪਰ ਸਵਾਲ ਆਈ ਜਾਊਗਾ। ਫਿਰ ਤਾਂ ਸੌਖਾ ਹੀ ਕੰਮ ਆ, ਫਿਰ ਤਾਂ ਬੰਦਗੀ ਕਰਨੀ ਕੋਈ ਔਖੀ ਨਹੀਂ। ਇਹ ਤਾਂ ਭਾਈ ਜਿੰਨੇ ਭਗਤ ਨੇ ਉਨੇ ਵੱਖੋ ਵੱਖਰੇ ਸਵਾਲ, ਅਤੇ ਇੱਥੋਂ ਤੱਕ ਰੋਜ਼ ਨਿੱਤ ਨਵਾਂ ਸਵਾਲ, ਨਿੱਤ ਨਵਾਂ ਪਰਚਾ। ਉਹ ਪਰਚਾ ਮੁੜ ਕੇ ਨਹੀਂ ਪੈਣਾ, ਮੁੜ ਕੇ ਨਾ ਉਹਦੇ ਜੀਵਨ 'ਚ ਪੈਣਾ, ਨਾ ਕਿਸੇ ਹੋਰ ਨੂੰ ਪਾ ਦੇਣਾ ਉਸਨੇ। ਸਤਿਗੁਰ ਮੇਰਾ ਨੀਤ ਨਵਾਂ। ਭਾਈ ਉਹ ਜੇ ਸਵਾਲ ਹੀ ਨਿੱਤ ਨਵਾਂ ਪਾ ਸਕਦਾ, ਫਿਰ ਸਤਿਗੁਰੂ ਕਾਹਦਾ? ਨਾ ਨਿੱਤ ਨਵਾਂ ਸਵਾਲ ਹੁੰਦਾ ਜੀ। ਕਿੰਨਾ ਕੁ ਕੋਈ ਪੜ੍ਹ ਲਊਗਾ,
ਕਿੰਨੀਆਂ ਕੁ ਕਿਤਾਬਾਂ ਪੜ੍ਹ ਲਊਗਾ। ਸੋ ਇਹਦਾ ਜਦੋਂ ਅੰਤਰਾਤਮੇ ਇਹਦੀ ਬਿਰਤੀ ਮੁੜਦੀ ਹੈ, ਫਿਰ ਇਸ ਸਿਸਟਮ 'ਚੋਂ ਇਹ ਨਿਕਲਦਾ, ਫਿਰ ਕਿਤੇ ਜਾ ਕੇ ਕਾਮਯਾਬ ਹੁੰਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਦੋਂ ਮਿਲਦਾ ਨਾ, ਨਿਸ਼ਾਨੀ ਕੀ ਹੈ? ਕਹਿੰਦੇ ਜਦੋਂ ਹੀ ਆ ਗਿਆ ਨਾਲ ਹੀ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ। ਪਹਿਲੋਂ ਚਿੰਤਾ ਸੀ, ਦੇਖੋ ਭਗਤ ਨੂੰ ਚਿੰਤਾ ਕਾਹਦੀ ਹੋਣੀ? ਭਗਤ ਨੂੰ ਜ਼ਮੀਨ ਜਾਇਦਾਦ ਦੀ ਕੋਈ ਚਿੰਤਾ ਨਹੀਂ, ਕਾਰੋਬਾਰ ਦੀ ਕੋਈ ਚਿੰਤਾ ਨਹੀਂ, ਮਾਇਆ ਦੀ ਕੋਈ ਚਿੰਤਾ ਨਹੀਂ, ਭਗਤ ਨੂੰ ਮਾਣ ਦੀ ਕੋਈ ਚਿੰਤਾ ਨਹੀਂ, ਅਪਮਾਨ ਦੀ ਕੋਈ ਚਿੰਤਾ ਨਹੀਂ। ਚਿੰਤਾ ਕਾਹਦੀ ਭਗਤ ਨੂੰ? ਸੋ ਇਹੋ ਹੀ ਹੈ ਵੀ ਉਹਦੀ ਸਿਫਤ ਸਲਾਹ ਦੇ ਵਿੱਚ ਉਮਰ ਬਤੀਤ ਹੋ ਜਾਵੇ, ਨਾਮ ਜਪਦਿਆਂ ਉਮਰ ਬਤੀਤ ਹੋ ਜਾਵੇ, ਇਹ ਚਿੰਤਾ ਹੁੰਦੀ ਹੈ। ਕੁਝ ਮਾੜਾ ਨਾ ਹੋ ਜਾਵੇ, ਚਿੰਤਾ ਹੁੰਦੀ ਹੈ। ਹੁਣ ਜਦੋਂ ਰੱਬ ਮਿਲਦਾ, ਇਹਨਾਂ ਚਿੰਤਾ ਤੋਂ ਮੁਕਤ ਹੋ ਜਾਂਦਾ। ਨਾ ਮਾੜਾ ਕੁਝ ਸੁਣਦਾ, ਨਾ ਕੁਝ ਦੇਖਦਾ, ਨਾ ਕੁਝ ਹੁੰਦਾ, ਜੋ ਹੁੰਦਾ ਚੰਗਾ ਹੀ ਹੁੰਦਾ। ਰੱਬ ਬਣਾਈ ਇੱਦਾਂ ਦਾ ਦਿੰਦਾ ਹੈ। ਸੋ ਚਿੰਤਾ ਹੀ ਸਾਰੀ ਖਤਮ ਹੋ ਜਾਂਦੀ। ਨਿਸ਼ਾਨੀ ਹੈ ਵੀ ਹਾਂ ਅਭੇਦਤਾ ਹੋ ਗਈ, ਮਿਲ ਗਿਆ। ਜਾ ਕੋ ਦਇਆ ਕਰੀ ਮੇਰਾ ਠਾਕੁਰ, ਤਿਨ ਗੁਰ ਹੈ ਕਮਾਨੋ ਮੰਤਾ। ਆ ਗੁਰੂ ਦਾ ਹੀ ਮੰਤਰ ਹੈ, ਜਿਹੜੀ ਗੁਰਬਾਣੀ ਹੈ। ਗੁਰਮੰਤਾ, ਵਾਹਿਗੁਰੂ ਨੂੰ ਗੁਰਮੰਤਰ ਆਖਿਆ। ਵਾਹਿਗੁਰੂ ਗੁਰਮੰਤਰ ਹੈ। ਕੌਣ ਕਮਾਈ ਕਰਦਾ ਬਈ? ਕਾਲ ਨੇ ਐਸੀ ਮੱਤ ਮਾਰਤੀ, ਜਦ ਤਾਂ ਟਾਈਮ ਹੀ ਨਹੀਂ ਲੱਗਦਾ। ਜਿਨ੍ਹਾਂ ਨੂੰ ਸੋਝੀ ਉਹਨਾਂ ਨੂੰ ਟਾਈਮ ਨਹੀਂ ਲੱਗਦਾ। ਜਿਨ੍ਹਾਂ ਕੋਲ ਟਾਈਮ ਹੈ ਉਹ ਕਹਿੰਦੇ ਲੈ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਮਿਲ ਜੂ? ਮੱਤ ਮਾਰੀ ਹੈ ਨਾ। ਹੁਣ ਇਹਨੂੰ ਜੇ ਗੁਰ ਮੰਤਰ ਹੈ ਫਿਰ ਤਾਂ ਸਭ ਕੁਝ ਮਿਲਦਾ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੈ ਕੋਈ। ਅਤੇ ਗੁਰਮੰਤਰ ਦੀ ਗੱਲ ਤਾਂ ਬਾਣੀ 'ਚ ਬਹੁਤ ਵਾਰ ਆਈ ਹੈ। ਗੁਰਮੰਤਰ ਹੀਣਸਿਆ ਜੋ ਬਰਾਣੀ, ਤੇਰੇ ਗਤ ਜਨਮ ਭ੍ਰਸ਼ਟਣਾ। ਕਹਿੰਦੇ ਧਰਕਾਰ ਉਹਦੇ ਜਨਮ ਨੂੰ, ਭ੍ਰਸ਼ਟ ਹੈ ਉਹ, ਭ੍ਰਸ਼ਟ ਹੋ ਗਿਆ। ਇਹ ਗੁਰਮੰਤਰ ਨਹੀਂ ਉਸ ਦੇ ਕੋਲ। ਬਾਣੀ ਸਾਰੀ ਉਸ ਦਾ ਗੁਰਮੰਤਰ ਹੀ ਹੈ ਜੀ, ਮੂਲ ਮੰਤਰ ਹੈ ਗੁਰਬਾਣੀ ਸਾਰੀ ਉਹਦਾ ਗੁਰਮੰਤਰ ਹੀ ਹੈ। ਹੁਣ ਮਹਾਰਾਜ ਕਹਿੰਦੇ ਜਿਹਦੇ 'ਤੇ ਮੇਰਾ ਪ੍ਰਮਾਤਮਾ ਠਾਕੁਰ ਮੇਰਾ ਦਇਆ ਕਰਦਾ, ਉਹ ਹੀ ਗੁਰੂ ਦੇ ਮੰਤਰ ਦੀ ਕਮਾਈ ਕਰਦਾ। ਸਾਰੇ ਨਹੀਂ ਕਰ ਸਕਦੇ। ਕਹਿਣਾ ਵੀ ਬਾਣੀ ਇੱਕ ਵਾਰੀ ਪੜ੍ਹ ਲਈ, ਬਾਰ-ਬਾਰ ਕਰਨ ਦਾ ਕੀ ਫਾਇਦਾ? ਨਾ ਮਾਇਆ ਨੇ ਮੱਤ ਮਾਰ ਲਈ ਨਾ। ਕਮਾਈ ਕਿਹਨੂੰ ਕਿਹਾ ਜਾਂਦਾ? ਹੁਣ ਜੇ ਕੋਈ ਟੈਕਸੀ ਚਲਾਉਂਦਾ ਉਸੇ ਰੂਟ ਤੋਂ ਚੱਲਦਾ, ਬਾਹਰ ਸੜਕ ਤਾਂ ਉਹੀ, ਗੱਡੀ ਵੀ ਉਹੀ ਹੈ, ਸੜਕ ਵੀ ਉਹੀ ਆ, ਕਮਾਈ ਕਰਦਾ। ਸੜਕ ਵੀ ਉਹੀ ਆ, ਗੱਡੀ ਵੀ ਉਹੀ ਆ, ਉਹਨਾਂ ਕਮਾਈ ਕਰਦਾ ਪਿਆ। ਫੈਕਟਰੀ 'ਚ ਕੰਮ ਕਰਦਾ, ਉਹੀ ਬੌਸ, ਉਹੀ ਫੈਕਟਰੀ, ਉਹੀ ਸਮਾਨ ਬਣਾ ਰੱਖੀ ਜਾਂਦਾ, ਕਮਾਈ ਕਰਦਾ। ਟਾਈਮ ਲਾ ਰਿਹਾ ਨਾ ਕੰਮ 'ਤੇ, ਟਾਈਮ ਲਾ ਰਿਹਾ। ਹੁਣ ਬਾਣੀ ਪੜ੍ਹਨ 'ਤੇ ਟਾਈਮ ਲਾ ਰਿਹਾ, ਬਾਣੀ ਉਹੀ ਹੈ। ਉਹ ਜਿਹੜਾ ਟਾਈਮ ਲੱਗਦਾ ਪਿਆ ਨਾ ਉਹ ਕਮਾਈ ਹੈ, ਜਿਹੜਾ ਟਾਈਮ ਲੱਗਦਾ ਪਿਆ। ਪਰ ਕਾਲ ਮੱਤ ਮਾਰ ਦਿੰਦਾ। ਜੇ ਬਈ ਛੱਡ ਪਰੇ ਕਹਿਣਾ ਕੀ ਲੋੜ ਹੈ ਨਾ, ਉਹਦੇ ਨਾਲ ਇਹ ਆਲਸੀ ਹੋ ਜਾਂਦਾ। ਆਪਣੀ ਮੱਤ ਵਰਤ ਲਈ ਨਾ, ਗੁਰੂ ਦੀ ਨਹੀਂ ਮੱਤ ਵਰਤੀ। ਨਹੀਂ, ਗੁਰੂ ਕਮਾਨੋ ਮੰਤਾ, ਜਿੱਤੇ ਕਿਰਪਾ ਹੁੰਦੀ ਹੈ ਸੋ ਉਹੀ ਭਾਈ ਉਹਦੇ ਮੰਤਰ ਦਾ ਜਾਪ ਕਰਦਾ, ਜਿੱਤੇ ਉਹ ਦਇਆ ਕਰਦਾ ਹੈ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਿਪਾਲਾ। ਦਇਆਲ, ਇੱਥੇ ਦੱਦੇ ਨੂੰ ਦੋ ਲਾਵਾਂ ਦੇ ਨਾਲ ਪਾਤਾ। ਦਇਆਲ, ਦਇਆ ਦਾ ਕਰ, ਅਰਥ ਤਾਂ ਉਹੀ ਹੈ। ਦੀਨਾਂ 'ਤੇ ਦਇਆ ਕਰਨੇ ਵਾਲਾ, ਜਿਹੜਾ ਦੀਨ ਬਣ ਜੂ ਉਹ ਦਇਆ ਦਾ ਪਾਤਰ ਬਣ ਜਾਂਦਾ। ਸਦਾ ਕਿਰਪਾਲਾ, ਉਹ ਤਾਂ ਹਮੇਸ਼ਾ ਹੀ ਕਿਰਪਾਲੂ। ਅਸੀਂ ਨਹੀਂ ਦੀਨ ਬਣਦੇ ਹੈ ਨਾ। ਉਹ ਦੀਨਾਂ 'ਤੇ ਦਇਆ ਕਰਦਾ। ਵੀ ਕੋਈ ਟਾਈਮ ਹੋਵੇ ਜਦੋਂ ਉਹ ਕਿਰਪਾ ਦੇ ਘਰ ਵਿੱਚ ਹੁੰਦਾ, ਮਹਾਰਾਜ ਕਹਿੰਦੇ ਹਮੇਸ਼ਾ ਹੀ ਕਿਰਪਾ ਦੇ ਘਰ ਵਿੱਚ ਹੈ। ਅਸੀਂ ਨਹੀਂ ਦੀਨ ਬਣਦੇ। ਜਿਹੜਾ ਦੀਨ ਬਣ ਜਾਂਦਾ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਸਰਬ ਜੀਆਂ ਪ੍ਰਤਿਪਾਲਾ, ਸਾਰਿਆਂ ਦੀ ਪਾਲਣਾ ਕਰਦਾ, ਤਰਸ ਕਰਕੇ ਕਰਦਾ ਪਾਲਣਾ, ਤਰਸ ਕਰਕੇ। ਸੋ ਜਿੱਦਾਂ ਦੇ ਸਾਡੇ ਕਰਮ ਨੇ, ਜੇ ਕਰਮਾਂ ਅਨੁਸਾਰ ਸਾਡੀ ਪਾਲਣਾ ਕਰੇ ਤੇ ਨਹੀਂ, ਸਾਡੀ ਪਾਲਣਾ ਨਹੀਂ ਹੋ ਸਕਦੀ ਹੈ। ਕਰਮ ਮਾੜੇ ਨੇ। ਸੋ ਆਪਣੇ ਕਰਮਾਂ ਨੂੰ ਕਿਹੜਾ ਨਹੀਂ ਜਾਣਦਾ? ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਮਨ ਨੂੰ ਹਰ ਇੱਕ ਗੱਲ ਦਾ ਪਤਾ ਹੁੰਦਾ ਅਤੇ ਫਿਰ ਵੀ ਮਾੜਾ ਕੰਮ ਕਰਨ ਨੂੰ ਹਟਦਾ ਨਹੀਂ, ਜਿੰਨਾ ਚਿਰ ਕੋਈ ਟੋਕ ਨਹੀਂ ਦਿੰਦਾ।
ਫਿਰ ਰੱਬ ਨੇ ਸਿਸਟਮ ਹੀ ਇਦਾਂ ਦਾ ਰੱਖਿਆ ਕਿ ਦੂਜੇ ਦੀਆਂ ਗਲਤੀਆਂ ਦੱਸਣ ਲਈ ਲਾਤੇ, ਜਾਂ ਤਾਂ ਆਪਣੀਆਂ ਗਲਤੀਆਂ ਆਪ ਦੱਸੀ ਜਾ। ਇੱਦਾਂ ਦਾ ਸਿਸਟਮ ਰੱਬ ਨੇ ਬਣਾਇਆ ਹੋਇਆ ਸੰਸਾਰ ਦੇ ਵਿੱਚ। ਪਤਾ ਹੈ ਮੈਨੂੰ, ਮੇਰੀ ਗਲਤੀ ਦਾ ਪਤਾ ਹੈ, ਮੈਨੂੰ ਅੰਦਰੋਂ ਆਵਾਜ਼ ਵੀ ਦੇਈ ਜਾਂਦਾ, ਅੰਦਰ ਬੈਠਾ ਮੈਂ ਸਹੀ ਨਹੀਂ ਸੁਣਦਾ, ਫਿਰ ਰੱਬ ਫਿਰ ਕਿਸੇ ਦੂਜੇ ਨੂੰ ਕਹਿੰਦਾ। ਹੁਣ ਦੂਜਾ ਜੇ ਹੰਕਾਰ ਕਰ ਗਿਆ ਉਹ ਵੀ ਮਰ ਗਿਆ। ਕੜੀ ਐਸੀ ਬਣੀ ਹੋਈ ਹੈ, ਐਸੇ ਸੰਗਲ ਪੈ ਗਏ, ਇਹ ਨਹੀਂ ਛੁੱਟਦੇ, ਇੰਨੇ ਹੀ ਚੱਲਦਾ ਪਿਆ। ਇਸ ਕਰਕੇ ਭਲਾਈ ਤਾਂ ਇਹਦੇ ਵਿੱਚ ਹੀ ਹੈ, ਜਿੰਨੀ ਛੇਤੀ ਹੋ ਸਕਦਾ ਆਪਣੀ ਕਮੀ ਨੂੰ ਆਪ ਦੂਰ ਕਰ ਲਵੇ। ਦੇਖੇ ਕਾਹਦੀ ਕਮੀ, ਕਦੀ ਦੇਖਿਆ ਹੀ ਨਹੀਂ ਇਸਨੇ ਆਪਣੇ ਆਪ ਨੂੰ, ਕਦੀ ਦੇਖੇ ਤਾਂ ਸਹੀ। ਫਿਰ ਇਹਨੂੰ ਪੰਗਤੀ ਮਹਾਰਾਜ ਦੀ ਬਿਲਕੁਲ ਸੱਚੀ ਲੱਗਣੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਫਿਰ ਕਹਿੰਦਾ ਮੈਂ ਤਾਂ ਕਹਿੰਦਾ ਮੇਰੇ 'ਚ ਗੁਣ ਹੀ ਬੜੇ ਨੇ। ਅੱਜ ਦੇਖਿਆ, ਅੱਜ ਪਤਾ ਲੱਗਿਆ ਮੇਰੇ 'ਚ ਤਾਂ ਨੇਰੇ ਹੀ ਅਵਗੁਣ ਨੇ, ਗੁਣ ਹੈ ਹੀ ਕੋਈ ਨਹੀਂ। ਅਤੇ ਗੁਰੂ ਬੜੀ ਛੇਤੀ ਕਿਰਪਾ ਕਰਦਾ ਜੀ। ਇਹਨਾਂ ਅਵਗੁਣਾਂ ਨੂੰ ਗੁਣਾਂ 'ਚ ਬਦਲਦਿਆਂ ਗੁਰੂ ਕੋਈ ਦੇਰੀ ਨਹੀਂ ਲਾਉਂਦਾ, ਬੜੀ ਛੇਤੀ ਕਰ ਦਿੰਦਾ ਸਤਿਗੁਰੂ। ਉਹ ਸਮਰੱਥ ਹੈ ਨਾ, ਸਮਰੱਥਾ ਦਾ ਮਾਲਕ ਹੈ। ਸੋ ਇਸ ਕਰਕੇ ਜੇ ਜਿਹੜਾ ਇੱਕ ਬਚਨ ਦੇ ਨਾਲ ਸ੍ਰਿਸ਼ਟੀ ਨੂੰ ਸਾਜ ਸਕਦਾ ਅਤੇ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ ਹੈ, ਮੇਰੇ ਵਰਗੇ ਵਿਚਾਰਾ ਇਕੱਲੇ ਦੇ ਅਵਗੁਣ ਨਹੀਂ ਖਤਮ ਕਰ ਸਕਦਾ। ਉਹ ਤਾਂ ਕੋਈ ਔਖਾ ਨਹੀਂ। ਉਹਦੇ ਕੋਲ ਗੁਣਾਂ ਦੀ ਕਮੀ ਹੋ ਜੂ, ਉਹਦੇ ਕੋਲ ਗੁਣਾਂ ਦੀ ਕਮੀ ਹੋ ਜੇ, ਗੁਣ ਮੈਨੂੰ ਦੇ ਦਊ, ਉਹ 'ਚ ਗੁਣਾਂ ਦੀ ਕਮੀ ਹੋ ਜੇ, ਨਾ ਭਰਿਆ ਹੋਇਆ ਉਹ 'ਚ ਨੇਰੇ ਹੀ ਗੁਣ ਨੇ, ਮੇਰੇ 'ਚ ਨੇਰੇ ਹੀ ਅਵਗੁਣ ਨੇ। ਸੋ ਜੇ ਦੇਖ ਲਿਆ ਤਾਂ ਪਤਾ ਲੱਗੂ, ਦੇਖਿਆ ਹੀ ਨਹੀਂ ਪਤਾ ਕਿੱਦਾਂ ਲੱਗੂ। ਹੈ ਕਹਿੰਦੇ ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤਾ ਬਾਲ ਗੋਪਾਲਾ। ਤਾਣੇ ਪਿੱਟੇ ਵਾਂਗੂ। ਓਤ ਹੁੰਦਾ ਉਣਿਆ ਹੋਇਆ, ਪੋਤ ਹੁੰਦਾ ਪਰੋਤਾ ਹੋਇਆ। ਇੱਦਾਂ ਆ ਪ੍ਰਮਾਤਮਾ ਹਰ ਇੱਕ ਦੇ ਵਿੱਚ ਸੰਗ ਰਵਿਆ ਹੋਇਆ। ਜਿਉ ਮਾਤਾ ਬਾਲ ਗੋਪਾਲਾ। ਹੁਣ ਇੱਥੇ ਮਾਤਾ ਬਾਲ ਹੈ ਅਤੇ ਗੋਪਾਲਾ ਵੱਖਰਾ ਹੈ ਨਾ। ਗੋਪਾਲਾ ਵੱਖਰਾ ਹੈ, ਮਾਤਾ ਬਾਲ। ਜਿੱਦਾਂ ਮਾਤਾ ਜਿਹੜੀ ਹੈ ਬੱਚੇ ਨੂੰ ਪਾਲਦੀ, ਕੋਈ ਸਾਹਾਂ 'ਚ ਸਾਹ ਆ। ਮਾਤਾ ਦਾ ਬੜਾ ਫਰਕ ਹੁੰਦਾ। ਬੱਚੇ ਨੂੰ ਭੁੱਖ ਲੱਗਦੀ, ਮਾਂ ਨੂੰ ਪਤਾ ਲੱਗਦਾ। ਬੱਚਾ ਹੁਣ ਜਦੋਂ ਬੱਚਾ ਜੇ ਛੋਟਾ ਆ, ਉਹ ਬੋਲ ਹੀ ਨਹੀਂ ਸਕਦਾ, ਮਾਂ ਨੂੰ ਕਿੱਦਾਂ ਪਤਾ ਲੱਗੀ ਜਾਂਦਾ ਵੀ ਇਹਨੂੰ ਕੀ ਚਾਹੀਦਾ, ਕੀ ਗੱਲ ਹੈ, ਕੀ ਬਾਤ ਹੈ, ਸਭ ਪਤਾ। ਜਿੱਦਾਂ ਮਾਤਾ ਬੱਚਾ ਬੋਲਦਾ ਵੀ ਨਹੀਂ, ਪਰ ਮਾਤਾ ਨੂੰ ਪਤਾ ਲੱਗਦਾ ਅਤੇ ਉਹਦੀ ਪਾਲਣਾ ਕਰਦੀ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਉਹਦੇ ਬੱਚੇ ਬਣ ਜਾਈਏ, ਅਕਾਲ ਪੁਰਖ ਫਿਰ ਸਾਡੀ ਪਾਲਣਾ ਕਰਦਾ, ਕਿ ਉਹਦਾ ਨਾਂ ਹੈ ਗੋਪਾਲ, ਗੋਪਾਲਾ ਆ। ਮਹਾਰਾਜ ਨੇ ਬੜੀ ਮਿਹਰ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਕਿਤੇ ਵਸ ਜਾਵੇ, ਗੁਰਬਾਣੀ ਦੀ ਸੋਝੀ ਕਿਤੇ ਆ ਜਾਵੇ, ਬੜੀ ਵੱਡੀ ਦਾਤ ਹੈ। ਮਹਾਰਾਜ ਨੇ ਜਿਹੜੀ ਕਮਾਈ ਕਰਾਉਣੀ ਹੈ, ਸੋ ਕਮਾਈ ਤਾਂ ਉਹ ਆਪ ਹੀ ਕਰਾਉਂਦਾ, ਕਮਾਈ ਵੀ ਆਪ ਹੀ ਕਰੇ, ਸੋਝੀ ਆ ਜਾਵੇ। ਪਹਿਲੀ ਵੱਡੀ ਗੱਲ ਤਾਂ ਇਹ ਹੈ ਨਾ, ਜਾਣਕਾਰੀ ਪ੍ਰਾਪਤ ਹੋ ਜਾਵੇ। ਗੁਰੂ ਕਿਰਪਾ ਕਰੇ ਫੁੱਲਾਂ ਦੀ ਹੇਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਛੇਤੀ ਮਨ ਮਿਲੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਂ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋਂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਂ ਕਿਆ ਨਹੀਂ ਘਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇ ਸੋ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਿਆ ਵਿਸਿਆ। ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਬਿਟੋਂ, ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਹੋ ਆਜੇ, ਪੰਜ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੂੰ ਆਤਿਤ ਕਰ ਅਨਹਦ ਵਾਜੇ। ਹਨ ਸੁਣੋ ਬਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਹਰੋ ਸੰਤਾਪ ਉਤਰੇ ਸੁਣੀ ਸਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀ, ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਸੁਖ ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਕਰਤ ਭਗਵਤੀ ਸਿੰਘ ਰੰਗਤ ਵਰਤੇ ਅਮਰਦਾਸ ਰਾਮਦਾਸ ਸਾਹਿਬ ਸਹਾਰਿਆ ਤੇ ਹਰ ਗੁਰੂ ਨੂੰ ਸਿਮਰੋ ਸ਼੍ਰੀ ਸੰਗਤ ਸ਼੍ਰੀ ਹਰਿ ਕ੍ਰਿਸ਼ਨ ਕੇ ਗਿਆ ਜਿਸਕੇ ਸਭ ਜਾਏ ਕੇ ਮਾਰ ਸੰਗਿਆ ਕਰਨੋਂ ਪਿਆ ਸਾਧ ਭਾਈ ਮਨ ਸਹਾਇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਕਰਦੇ ਹਾਂ। ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰੇ ਚੌਂ ਸ਼ਬਦਾਂ ਦੇ ਚਾਲ ਜਿਹਨਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੀਪ ਜਲਾਈ ਤੇ ਗਵਾਹ ਦੇ ਗਿਆਨ ਕੀਤਾ, ਤਿਨਾਂ ਪਿਆਰਿਆਂ ਸੱਚਿਆਰੇ ਕਮਾਈ ਕਰਦੇ ਹਾਂ ਖਾਲਸਾ ਜੀ। ਬੋਲੋ ਵਾਹਿਗੁਰੂ। ਅਸੀਂ ਕਰ ਸਕਈਆਂ ਕਰ ਖੇਤੀ ਤੇ ਵਰਨਨ ਕਰਵਾਈ ਕੋਟੀਆਂ ਨੂੰ ਜੜੇ ਤਾਂ ਨਾਰਿਆਂ ਨਾਲ ਤੇ ਵਾਏ ਗੁਰਦੁਆਰੇ ਦੀ ਸੇਵਾ ਲਈ ਹਾਰਿਆ ਸੁਖੀ ਸਦਾ ਕੋਈ ਸੰਸਵਾਸਾ ਬਣਦਾ ਜਿਨ੍ਹਾਂ ਸੁਖੀ ਦਾ ਦੀ ਕਮਾਈ ਕਰਦੇ ਹਾਂ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਪ੍ਰਵਾਦ ਗੁਰਦੁਆਰੇ ਦੇ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਭਗਤ ਮੈਂ ਸਰਬੱਤ ਖਾਲਸਾ ਜੀ ਕੀ ਨਾਮ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਹਦੇ ਆਵਰ ਦਾ ਸਦਕਾ ਕਰ ਸਕੋ ਹੈ ਜਾਨ ਖਾਲਸਾ ਜੀ ਸਾਹਿਬ ਦਾ ਸੱਚਿਆ ਜਲਾਇ ਦੇਖ ਦੇਖ ਫਤਿਹ ਗੁਰੂ ਕੀ ਕਹੇ ਬੰਦ ਕੀ ਗੁਰੂ ਸਾਹਿਬ ਸਹਾਈ ਖਾਲਸਾ ਜੀ ਦੇ ਬੋਲ ਬਾਣੀ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਧ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੋਤੀ ਗੁਰਦਾ ਧਰਮ ਦਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨਿਗੋ ਮਨ ਜੀ ਬਾਤ ਬਾਤ ਕੇ ਰਾਖੀ ਆਪ ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪਾਰ ਦੇਖ ਪਾਰਨ ਦਰਸ਼ਨ ਅਮਰਤ ਵਿਦੇ ਦੇ ਦੀਵਾਨ ਸਜੇ ਸਜੇ ਦੀਵਾਨ ਕਰਨੇ ਕਦੇ ਦੀਆਂ ਬਾਣੀਆਂ ਦੇ ਪ੍ਰਾਪਤ ਹੋਏ। ਆਸ਼ਾ ਜੀ ਦੀ ਵਾਰ ਦੇ ਕੀਰਤਨ ਸ਼ਬਦ ਦੀ ਵਿਚਾਰ ਨਾਮ ਸਾਹਿਬ ਦੇ ਸ਼ੇਰ ਹੋਣੇ ਦੇ ਨਾਮ ਭੁੱਲਾਂ ਚੁੱਕਾਂ ਦੀ ਜਮਾ ਕਰਨੀ ਵਾਲੀ ਦਾ ਮਹਾਤਮਾਈ ਸੰਗਤ ਨੂੰ ਬਖਸ਼ਣਾ ਦਿਲ ਫਲ ਹਰ ਪ੍ਰਵਾਨ ਕਰਨਾ ਸਰਬੱਤ ਸ਼ਬਦਾਂ ਦੀਆਂ ਮਨੋਕਾਮਨਾਵਾਂ ਨੂੰ ਸਾਥ ਬਖਸ਼ਿਆਂ ਦਾ ਤੰਤ ਬੜਾ ਬਖਸ਼ਿਆ ਕਰਦੀ ਪ੍ਰਮਾਤਮਾ ਕਰੀ ਪਾਪ ਸੰਤੋਖ ਪ੍ਰਭੜਾ ਨੂੰ ਲਗਾਏ ਸੀ ਪੁਰਸ਼ਾ ਸੰਤਾਂ ਦੀ ਵਰਤੇ ਦੀ ਸਿੱਖਿਆ ਕਰਨਾ ਪਾਵਨ ਹੁਕਮ ਬਖਸ਼ੋ ਸੰਤਾਂ ਦੇ ਹਾਲ ਤੋਂ ਸਿੰਘ ਪਿਆਰੇ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ। ਵਾਹਿਗੁਰੂ 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 ਵਾਹਿ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਬੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ ਆਕੀ ਰਹਿ ਨਾ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਗੁਰੂ ਕਲਗੀ ਤਰ ਜਗਦੀਸ਼। ਸਤਿ ਸ੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੋ ਕਹੁ ਟਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚਟਿਆ ਤੁੰਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ। ਵਾਹਿਗੁਰੂ ਜੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਵਨ ਸਿਰ ਊਪਰ ਮਰਨਾ। ਕਿਆ ਤੂੰ ਸੋਇਆ ਜਾਗੇ ਅੰਨ ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਓ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ ਸਭ ਘਟ ਪੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀਂਦਾ ਹੈ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।